ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬ੍ਰੇਕਿੰਗ ਨਿਊਜ਼। ਧੂਰੀ ਦੇ ਬਰਨਾਲਾ ਪਰਿਵਾਰ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੇਤਾ ਵਿਕਰਮਜੀਤ ਸਿੰਘ ਮਜੀਠੀਆ ਗਗਨਜੀਤ ਸਿੰਘ ਬਰਨਾਲਾ ਦੇ ਘਰ ਪਹੁੰਚੇ ਅਤੇ ਉਹਨਾਂ ਦਾ ਬਰਨਾਲਾ ਪਰਿਵਾਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਮਜੀਠੀਆ ਜੀ ਨੇ ਕਿਹਾ ਕਿ ਸਿਮਰ ਪ੍ਰਤਾਪ ਸਿੰਘ ਬਰਨਾਲਾ ਜੋ ਕਿ ਨੌਜਵਾਨ ਆਗੂ ਹਨ, ਇਹ ਧੂਰੀ ਸ਼ਹਿਰ ਦਾ ਵਿਕਾਸ ਵਧੀਆ ਪੱਧਰ ਤੇ ਕਰਨਗੇ ਅਤੇ ਇਹ ਵੀ ਕਿਹਾ ਕਿ ਇਹ ਸਾਡੇ ਇਲਾਕੇ ਦੇ ਜਮਾਈ ਸਨ ਅਤੇ ਇਹਨਾਂ ਦਾ ਹੌਸਲਾ ਅਫਜ਼ਾਈ ਕਰਨਾ ਮੇਰਾ ਫਰਜ਼ ਬਣਦਾ ਹੈ। ਨਾਲ ਹੀ ਉਹਨਾਂ ਨੇ ਗਗਨਜੀਤ ਸਿੰਘ ਬਰਨਾਲਾ ਦੇ ਸੁਪੁੱਤਰ ਸਿਮਰ ਪ੍ਰਤਾਪ ਸਿੰਘ ਨੂੰ 2022 ਦੇ ਇਲੈਕਸ਼ਨਾਂ ਲਈ ਥਾਪਨਾ ਵੀ ਦਿੱਤੀ। ਇਸ ਮੌਕੇ ਤੇ ਉੱਥੇ ਮੌਜੂਦ ਇੱਕ ਪੱਤਰਕਾਰ ਨੇ ਪੁੱਛਿਆ ਕਿ ਇੱਕ ਪਾਸੇ ਸਰਦਾਰ ਹਰੀ ਸਿੰਘ ਹਲਕਾ ਇੰਚਾਰਜ ਧੂਰੀ ਅਤੇ ਦੂਜੇ ਪਾਸੇ ਤੁਸੀਂ ਅੱਜ ਇੱਥੇ ਬਰਨਾਲਾ ਪਰਿਵਾਰ ਦੇ ਹੱਕ ਵਿੱਚ ਆਏ ਹੋ, ਤਾਂ ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਟਿਕਟ ਦੇਣੀ ਹੈ ਉਹ ਤਾਂ ਪਾਰਟੀ ਹੀ ਦੇਵੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸ ਮੌਕੇ ਤੇ ਉਹਨਾਂ ਨੇ ਪੰਜਾਬ ਤੇ ਤਿੱਖੇ ਹਮਲੇ ਕੀਤੇ ਅਤੇ ਕਿਸਾਨਾਂ ਦੇ ਹੱਕ ਵਿੱਚ ਖੜਨ ਦੀ ਗੱਲ ਵੀ ਆਖੀ। ਇਸ ਮੌਕੇ ਤੇ ਹਰਪ੍ਰੀਤ ਸਿੰਘ ਬਰਨਾਲਾ, ਗਗਨਦੀਪ ਬਰਨਾਲਾ ਅਤੇ ਸਮੂਹ ਬਰਨਾਲਾ ਪਰਿਵਾਰ ਅਤੇ ਪਿੰਡ ਦੇ ਲੋਕ ਵੀ ਹਾਜ਼ਰ ਸਨ। ACP ਨਿਊਜ਼ ਚੈਨਲ ਤੋਂ ਸੁਖਵਿੰਦਰ ਸਿੰਘ ਪਲਾਹੇ ਨਾਲ ਨਰੇਸ਼ ਛਤਰੀ ਦੀ ਵਿਸ਼ੇਸ਼ ਰਿਪੋਰਟ। ਅੰਨੀ ਬੋਲੀ ਸਰਕਾਰ ਦੇ ਕੰਮ ਤੱਕ ਪਹੁੰਚਾਉਣ ਲਈ ਜਿੰਨੀ ਵਾਹ ਜਿੰਨਾ ਢਿੱਲ ਸਾਰਿਆਂ ਦਾ ਜਿਹੜੇ ਹਰੇਕ ਪਿੰਡ ਚੋਂ ਇੱਕ ਇੱਕ ਬੰਦਾ ਆਇਆ ਹੈ, ਉਹ ਸਾਰਿਆਂ ਦਾ ਬਰਨਾਲਾ ਪਰਿਵਾਰ ਵੱਲੋਂ ਆਪਣੇ ਵੱਲੋਂ ਜੀ ਆਇਆਂ ਆਖਦਾ ਧੰਨਵਾਦ ਕਰਦਾ। ਤੁਹਾਡਾ ਸਾਰਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ। ਮਜੀਠੀਆ ਸਾਹਿਬ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇੱਕ ਤਾਂ ਮਾਫੀ ਵੀ ਮੰਗਦਾ ਕਿ ਸੀਜ਼ਨ ਦਾ ਟਾਈਮ ਸੀਗਾ, ਅਸੀਂ ਸਾਰੇ ਬੰਦਿਆਂ ਨੂੰ ਦੱਸ ਨਹੀਂ ਸਕੇ ਕਿਉਂਕਿ ਛੋਟਾ ਜਿਹਾ ਘਰ ਦਾ ਪ੍ਰੋਗਰਾਮ ਸੀਗਾ। ਸੋ ਮੈਂ ਪਿੰਡਾਂ ਚੋਂ ਇੱਕ ਇੱਕ ਬੰਦਾ, ਹਰੇਕ ਪਿੰਡ ਚੋਂ ਇੱਕ ਇੱਕ ਬੰਦੇ ਦੀ ਬੇਨਤੀ ਕੀਤੀ ਸੀਗੀ ਕਿ ਉਹ ਆ ਕੇ ਤੁਹਾਡੇ ਕੋਲ ਆਉਣ, ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਇੱਕ ਇੱਕ ਬੰਦਾ ਇੱਥੇ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗੂ ਖੜਾ ਹੈ ਤੇ ਇੱਕ ਇੱਕ ਬੰਦਾ ਰੈਲੀ ਨਹੀਂ ਰੈਲਾ ਕਰਾ ਸਕਦਾ ਹੈ। ਧੰਨਵਾਦ ਹੈ। ਮੈਨੂੰ ਲੱਗਦਾ ਲੰਮੇ ਸਮੇਂ ਤੋਂ ਬੈਠੇ ਹੋ, ਮੈਂ ਇਸ ਗੱਲ ਦੀ ਵੀ ਮਾਫੀ ਮੰਗਦਾ। ਨਾ ਤਾਂ ਮੇਰਾ ਕੋਈ ਇਹੋ ਜਿਹਾ ਪ੍ਰੋਗਰਾਮ ਸੀ, ਹਾਂ ਇਹ ਜ਼ਰੂਰ ਸੀ ਕਿ ਅੱਜ ਬਰਨਾਲਾ ਸਾਹਿਬ ਦੇ ਗ੍ਰਹਿ ਵਿਖੇ ਆ ਕੇ ਬੜੇ ਲੰਮੇ ਸਮੇਂ ਤੋਂ, ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਜਿੱਥੇ ਪਹਿਲੀ ਗੱਲ ਤਾਂ ਸਿਮਰ ਵਿਆਹਿਆ ਮਾਝੇ 'ਚ, ਔਰ ਜਿੱਥੇ ਵਿਆਹਿਆ ਜਿੰਨਾ ਵੱਲ ਵਿਆਹਿਆ ਉਹਨਾਂ ਨਾਲ ਮੇਰਾ ਬੜਾ ਪੁਰਾਣਾ ਪਿਆਰ ਹੈ ਸੰਧੂ ਪਰਿਵਾਰ ਨਾਲ। ਇਸ ਲਈ ਸਾਡਾ ਤਾਂ ਜਵਾਈ ਸਾਹਿਬ ਵੀ ਹੈ ਤੇ ਬੜੇ ਲੰਬੇ ਸਮੇਂ ਤੋਂ ਇਹਨਾਂ ਦਾ ਹੁਕਮ ਸੀ ਕਿ ਮੇਰੇ ਕੋਲ ਘਰ ਆਇਓ, ਤੇ ਮੇਰੀਆਂ ਮਜਬੂਰੀਆਂ ਇਹ ਜਿਹੀਆਂ ਸਨ ਕਿ ਮੈਂ ਨਹੀਂ ਆ ਸਕਿਆ ਸੀ। ਅੱਜ ਮੈਨੂੰ ਤਾਂ ਇਹੀ ਸੀਗਾ ਕਿ ਮੈਨੂੰ ਰੋਟੀ ਵੀ ਮਿਲੂਗੀ, ਮੈਂ ਆਪਦੇ ਜਵਾਈ ਸਾਹਿਬ ਦਾ ਵੀ ਪਤਾ ਲੈ ਲੂੰਗਾ, ਥੋੜੀ ਅਸੀਂ ਵੀ ਕੋਈ ਜੋ ਪਿਆਰ ਸੇਵਾ ਕਰ ਸਕਦੇ ਕਰਾਂਗੇ। ਚਲੋ ਧੰਨ ਪਾ ਕੇ ਇਹਨਾਂ ਦੇ ਕਿ ਇਹਨਾਂ ਨੇ ਤੁਹਾਡੇ ਸਾਰਿਆਂ ਦੇ ਵੀ ਦਰਸ਼ਨ ਕਰਾ ਦਿੱਤੇ। ਸਾਧ ਸੰਗਤ ਜੀ, ਕੋਈ ਭਾਸ਼ਣ ਵਾਸਤੇ ਤਾਂ ਨਹੀਂ, ਮਗਰ ਥੋੜਾ ਜਿਹਾ, ਕਿਉਂਕਿ ਅੱਜ ਕੱਲ੍ਹ ਜਿੱਥੇ ਵੀ ਜਾਈਏ ਜ਼ਿਕਰ ਇੱਕੋ ਗੱਲ ਦਾ ਹੁੰਦਾ, ਔਰ ਜ਼ਿਕਰ ਹੁੰਦਾ ਹੈ ਕਿਸਾਨੀ ਦਾ। ਉਹ ਬਰਨਾਲਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬੜਾ ਹੀ ਅਹਿਮ ਸਥਾਨ ਰੱਖਣ ਵਾਲਾ ਪਰਿਵਾਰ ਹੈ। ਔਰ ਸਾਧ ਸਿਮਰ ਪ੍ਰਤਾਪ ਬਰਨਾਲਾ ਜੀ ਇੱਕ ਯੰਗ ਨੌਜਵਾਨ ਨੇ, ਉਹਨਾਂ ਦੇ ਉਹਨਾਂ ਦੇ ਕੋਲ ਬੜੇ ਲੰਬੇ ਸਮੇਂ ਤੋਂ, ਕਿਉਂਕਿ ਸਾਡਾ ਤਾਂ ਜਵਾਈ ਸਾਹਿਬ ਵੀ ਹੈ, ਜਦ ਪਤਾ ਨਹੀਂ ਮਾਝੇ 'ਚ ਵਿਆਹਿਆ ਤੇ ਆਪਦੇ ਪਰਿਵਾਰ 'ਚ ਕਿਸੇ ਦਾ ਪਤਾ ਲੈਣ ਆਇਆ, ਹੋਰ ਇਹਦੇ 'ਚ ਕਿਹੜੀ ਗੱਲ। ਔਰ ਕਾਬਲ ਨੌਜਵਾਨ ਹੈ, ਕਿਰਪਾ ਕਰਨ ਜੀ ਇਹਨਾਂ 'ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਹੀ ਰੱਖਣ। ਸੰਗਤਾਂ ਦਾ ਪਿਆਰ ਇਸੇ ਤਰ੍ਹਾਂ ਬਣਿਆ। ਹੋਰ ਕੋਈ ਗੱਲ ਹੈ ਸਿਆਸੀ ਦਾ ਤੁਸੀਂ ਮੇਰੇ ਕੋਲ ਕਰਕੇ ਕਰ ਲਓ, ਨਹੀਂ ਤਾਂ ਕਿਸਾਨੀ ਦਾ ਜਿਹੜਾ ਸੰਘਰਸ਼ ਚੱਲ ਰਿਹਾ ਜੀ, ਇਹਦੇ 'ਤੇ ਮਤਲਬ ਆਪਣਾ ਨਜ਼ਰੀਆ ਕੀ ਹੈਗਾ? ਹੁਣ ਜਿਹੜਾ ਲੇਟੈਸਟ ਸਟੇਟਸ ਕੀ ਹੈ ਕਿਸ ਤਰ੍ਹਾਂ ਨਜ਼ਰੀਆ? ਜਿਵੇਂ ਹੁਣ ਸੰਘਰਸ਼ ਚੱਲ ਰਿਹਾ ਉਹਦੇ 'ਚ ਅਕਾਲੀ ਦਲ ਦੀ ਕਿੱਥੇ ਖੜਾ ਸਰਕਾਰੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਮੈਂ ਸਮਝਦਾ ਜਿੰਨੀਆਂ ਪਾਰਟੀਆਂ ਨੇ, ਜੇ ਸਭ ਤੋਂ ਕੋਈ ਫੈਸਲਾ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਸਾਡਾ 30 ਸਾਲ ਤੋਂ ਵੱਧ ਦਾ ਸਾਥ ਸੀ। ਵਾਜਪਾਈ ਸਾਹਿਬ ਤੇ ਬਾਦਲ ਸਾਹਿਬ ਨੇ ਇੱਕ ਬੜਾ ਅਹਿਮ ਗਠਬੰਧਨ, ਜਦੋਂ NDA ਬਣਿਆ ਹੈ ਉਹਦੇ ਉਸ ਜ਼ਮਾਨਿਆਂ 'ਚ ਬਣਿਆ ਸੀਗਾ ਜਦੋਂ BJP ਨੂੰ ਬਹੁਤ ਚੰਦ ਸੀਟਾਂ ਆਉਂਦੀਆਂ ਸੀ। ਇੱਕ ਤਰੀਕੇ ਦਾ
ਬੀਜੇਪੀ ਦੇ ਨਾਲ ਸਾਥ ਦੇਣ ਨੂੰ ਕੋਈ ਤਿਆਰ ਨਹੀਂ ਹੁੰਦਾ ਸੀ। ਸੋ ਭਾਈਚਾਰਕ ਸਾਂਝ ਵਾਸਤੇ, ਪੰਜਾਬ ਦੀ ਤਰੱਕੀ ਵਾਸਤੇ, ਕਿਉਂਕਿ ਦੋ ਮੇਨ ਨੈਸ਼ਨਲ ਪਾਰਟੀ ਸੀਗੀਆਂ, ਕਾਂਗਰਸ ਸੀ ਔਰ ਇੱਕ ਪਾਸੇ ਕੁਝ ਰੀਜਨਲ ਪਾਰਟੀ ਸੀ ਔਰ ਬੀਜੇਪੀ ਇੱਕ ਉਸ ਤੋਂ ਬਾਅਦ ਇੱਕ ਆਪਦੀ ਥਾਂ ਰੱਖਦੀ ਸੀ। ਕਾਂਗਰਸ ਨਾਲ ਸ਼੍ਰੋਮਣੀ ਅਕਾਲੀ ਦਲ ਜਾ ਨਹੀਂ ਸਕਦੀ ਸੀ, ਇਸ ਲਈ ਐਨਡੀਏ ਗਠਬੰਧਨ ਬਣਿਆ ਔਰ ਬਾਦਲ ਸਾਹਿਬ ਨੇ ਜਦ ਇਹ ਬਣਾਇਆ ਸੀ, ਇਹ ਸੋਚ ਨਾਲ ਬਣਾਇਆ ਸੀਗਾ ਕਿ ਰੀਜਨਲ ਪਾਰਟੀਆਂ ਇਕੱਠੀ ਹੋ ਕੇ ਜਿੱਥੇ ਇੱਕ ਬਦਲ ਹੋਵੇ, ਇੱਕ ਹੋਰ ਕਾਂਗਰਸ ਦੇ ਰੈਡ ਫਰੰਟ ਨੂੰ ਬਦਲ ਹੋਵੇ ਔਰ ਉਸ ਲਈ ਤਿਆਰ ਹੋਇਆ ਸੀ। ਔਰ ਮਗਰ ਜਦੋਂ ਅੱਜ ਇਹ ਮਹਿਸੂਸ ਹੋਇਆ ਕਿ ਪੰਜਾਬ ਦੇ ਭਲੇ 'ਚ ਫੈਸਲੇ ਨਹੀਂ ਲਏ ਜਾ ਰਹੇ, ਕਿਸਾਨੀ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਆ। 30 ਸਾਲ ਦਾ ਪੁਰਾਣਾ ਰਿਸ਼ਤਾ ਛੱਡ ਦੇਣਾ ਕੋਈ ਛੋਟੀ ਮੋਟੀ ਗੱਲ ਨਹੀਂ। 4 ਸਾਲ ਵਜ਼ਾਰਤ ਦੇ ਰਹਿੰਦੇ ਸਨ, ਉਹਨੂੰ ਛੱਡ ਕੇ ਆਏ ਆ, ਇਸ ਲਈ ਬਹੁਤ ਅਹਿਮ, ਇਹ ਤੋਂ ਵੱਡਾ ਫੈਸਲਾ ਤਾਂ ਲੈਣ ਵਾਲਾ ਕੋਈ ਰਹਿ ਨਹੀਂ ਗਿਆ ਸੀ ਔਰ ਉਹ ਛੱਡ ਕੇ ਆਏ ਆ। ਸਿਰਫ ਇਸ ਲਈ ਆਏ ਆ ਕਿ ਕਿਸਾਨੀ ਦੇ ਜੋ ਤਿੰਨੇ ਕਾਲੇ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ, ਪੰਜਾਬ ਦੇ ਕਿਸਾਨਾਂ ਦੇ ਮਨ 'ਚ ਜੋ ਸ਼ੱਕ ਚਿਕਵੇ, ਜੋ ਸਵਾਲ ਨੇ, ਉਸ ਨੂੰ ਮੌਜੂਦਾ ਨਰਿੰਦਰ ਮੋਦੀ ਜੀ ਦੀ ਸਰਕਾਰ ਉਸ ਨੂੰ ਦੂਰ ਕਰਨ 'ਚ ਫੇਲ ਹੋ ਗਈ ਔਰ ਅਸੀਂ ਅਖੀਰਲੇ ਮੌਕੇ ਤੱਕ ਇਹ ਕੋਸ਼ਿਸ਼ ਕੀਤੀ, ਕਿਉਂਕਿ ਸਾਨੂੰ ਇਹ ਆਸ ਸੀ ਕਿ ਸਭ ਤੋਂ ਵੱਡੀ ਗੱਲ ਕੀ ਹੈ, ਦੇਖੋ ਇੱਕ ਆਰਡੀਨੈਂਸ ਤਾਂ ਇੱਕ ਛੋਟੀ ਗੱਲ ਹੁੰਦੀ ਹੈ, ਅਖੀਰ 'ਚ ਕਾਨੂੰਨ ਬਣਨਾ ਮੇਨ ਗੱਲ ਹੁੰਦੀ ਹੈ, ਐਕਟ ਪਾਸ ਹੋਣਾ। ਸਾਨੂੰ ਬੜੀ ਆਸ ਸੀ ਕਿ ਐਕਟ ਪਾਸ ਹੋਣ ਤੋਂ ਪਹਿਲਾਂ ਇਹ ਜੋ ਸਾਡੇ ਨਾਲ ਵਾਅਦਾ ਸੀ ਕਿ ਅਸੀਂ ਸਾਰੇ ਖਦਸ਼ੇ 'ਚ ਦੂਰ ਕਰ ਦਿਆਂ, ਮਗਰ ਜਿਸ ਤਰੀਕੇ ਨਾਲ ਐਕਟ ਪਾਸ ਕਰਾਏ ਗਏ ਲੋਕ ਸਭਾ 'ਚ, ਰਾਜ ਸਭਾ 'ਚ, ਫਿਰ ਕੋਈ ਚਾਰਾ ਹੀ ਨਹੀਂ ਰਹਿ ਗਿਆ ਸੀ ਔਰ ਅਸੀਂ ਉਸ ਗੱਲ ਦਾ ਕਿਸਾਨਾਂ ਦੇ ਨਾਲ ਖਲੋਤੇ ਰਹੇ ਔਰ ਇਹਨਾਂ ਬਿੱਲਾਂ ਦਾ, ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ। ਔਰ ਜੋ ਪੰਜਾਬ ਦੀ ਵਿਧਾਨ ਸਭਾ 'ਚ ਵੀ ਹੋਇਆ, ਮੈਂ ਸਮਝਦਾ ਕਿ ਮੈਂ ਤਾਂ ਆਪ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਕਿਵੇਂ ਝੂਠ ਬੋਲਿਆ, ਕਿਵੇਂ ਮੂਰਖ ਬਣਾਇਆ। ਮੈਂ ਤਾਂ ਆਪਦੀ ਪਰਸੋਂ ਚੌਥੇ ਉਹ ਸਪੀਚ ਵੀ ਜਨਤਕ ਕੀਤੀ ਆ ਕਿ ਖੇਤੀ ਪੰਜਾਬ ਨਾਲ ਸੰਬੰਧਿਤ ਇੱਕ ਮੁੱਦਾ ਔਰ ਸੂਬੇ ਦਾ ਐਗਰੀਕਲਚਰ ਸੂਬੇ ਦੇ ਅਧਿਕਾਰ ਖੇਤਰ ਥੱਲੇ ਆਉਂਦਾ ਅੰਡਰ ਸੈਕਸ਼ਨ ਜਿਹੜੀ ਐਂਟਰੀ ਨੰਬਰ 14। ਖੇਤੀ ਉੱਤੇ ਤਾਂ ਕੋਈ ਡਿਸਕਸ਼ਨ ਉੱਥੇ ਕਰਾਈ ਨਹੀਂ ਜਾਂ ਕੋਈ ਫੈਸਲਾ ਲਿਆ ਨਹੀਂ। 254(2) ਜਿਹੜਾ ਅਧਿਕਾਰ ਖੇਤਰ ਸਟੇਟ ਦਾ ਤੇ ਸੈਂਟਰ ਦਾ ਕੰਕਰੈਂਟ ਲਿਸਟ ਚੱਲਦੀ ਆ, ਮਤਲਬ ਕਿ ਸਟੇਟ ਤੇ ਸੈਂਟਰ ਉੱਤੇ ਵਿਚਾਰ ਕਰਦੀ ਔਰ ਅਖੀਰ 'ਚ ਉੱਥੇ ਜੋ ਸੈਂਟਰ ਦੇ ਵਿਚਾਰ ਹੈ ਉਹ ਪ੍ਰਵੇਲ ਕਰਦੇ ਆ, ਉਸ ਗੱਲ ਨੂੰ ਛੇੜ ਕੇ ਬੈਠ ਗਏ। APMC ਮੰਡੀ 1961 ਦਾ ਐਕਟ ਜਾਂ ਐਗਰੀਕਲਚਰ ਜਿਹੜਾ ਸੂਬੇ ਦੇ ਅਧਿਕਾਰ ਖੇਤਰ ਸੀ, ਜੇ ਉਸ ਤੇ ਫੈਸਲਾ ਲੈਂਦੇ ਤੇ ਸੈਂਟਰ ਦੇ ਕਾਨੂੰਨ ਲਾਗੂ ਨਹੀਂ ਹੋਣੇ ਸੀ, ਮਗਰ ਕਿਉਂਕਿ ਫਿਕਸਡ ਮੈਚ ਚੱਲ ਰਿਹਾ ਸੀ, ਰਲ ਮਿਲ ਕੇ ਦਿੱਲੀ ਦੇ ਨਾਲ ਖੇਡ ਰਹੇ ਸੀ, ਸਾਰੀ ਕਿਸਾਨੀ ਸੰਘਰਸ਼ ਨੂੰ ਫੇਲ ਕਰਨਾ ਸੀ, ਕੰਮ ਨੂੰ ਭੰਬਲ ਭੂਸੇ 'ਚ ਪਾਉਣਾ ਸੀ, ਉਹੀ ਕੰਮ ਕੀਤਾ ਕਿ ਅਸੀਂ ਤਾਂ ਜੀ ਬਿੱਲ ਪਾਸ ਕਰਦੇ। ਹੁਣ ਲੋਕ ਲਿਖ ਹੀ ਰਹੇ ਨੇ, ਕੀ ਲਿਖ ਰਹੇ ਕਿ ਨਾ ਰਾਸ਼ਟਰਪਤੀ ਨੇ ਪ੍ਰਵਾਨਗੀ ਦੇਣੀ ਹੈ, ਨਾ ਗਵਰਨਰ ਨੇ ਪ੍ਰਵਾਨਗੀ ਦੇਣੀ ਹੈ। ਜਦ ਰਾਸ਼ਟਰਪਤੀ ਸਾਹਿਬ ਪ੍ਰਵਾਨਗੀ ਕਿਵੇਂ ਦੇ ਦੇਣਗੇ, ਉਹ ਤਾਂ ਦਿੱਲੀ ਪਹਿਲੇ ਕਾਨੂੰਨਾਂ ਨੂੰ ਦੇ ਚੁੱਕੇ। ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਜਾ ਕੇ ਰਾਸ਼ਟਰਪਤੀ ਸਾਹਿਬ ਨੂੰ ਕਿਹਾ ਸੀਗਾ ਕਿ ਬਿੱਲ ਨਾ ਪ੍ਰਵਾਨ ਕਰਿਓ, ਜਦ ਉਦੋਂ ਨਹੀਂ ਆਖੇ ਲੱਗੇ ਤੇ ਹੁਣ ਪੰਜਾਬ ਦੀ ਵਿਧਾਨ ਸਭਾ ਕੀ ਲਿਖ ਕੇ ਭੇਜਣੀ ਕਿੱਥੋਂ ਲੱਗਣਾ। ਮਗਰ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਇੱਕ ਬਹੁਤ ਵੱਡਾ ਮੌਕਾ ਆਇਆ ਸੀ ਇਹ ਮਸਲਾ ਹੱਲ ਕਰਨ ਦਾ, ਪੰਜਾਬ ਨੂੰ ਇੱਕ ਮੰਡੀ ਐਲਾਨਣ ਦਾ। ਜਦ ਪੰਜਾਬ ਇੱਕ ਮੰਡੀ ਐਲਾਨੀ ਜਾਂਦੀ, ਫਿਰ ਕੋਈ ਪ੍ਰਾਈਵੇਟ ਯਾਰਡ ਨਹੀਂ, ਜਿਹੜੀ ਕਾਰਪੋਰੇਟਾਂ ਦਾ ਰੌਲਾ ਪੈ ਰਿਹਾ, ਫਿਰ ਉਹ ਕਿੱਥੇ ਜਾ ਕੇ ਮੰਡੀ ਖੋਲਦੇ। ਮਗਰ ਜੋ ਕਰ ਸਕਦੇ ਸੀ ਉਹ ਕੀਤਾ ਨਹੀਂ ਔਰ ਹੁਣ ਮੈਂ ਸਮਝਦਾ ਪੰਜਾਬ ਦੀ ਕਿਸਾਨੀ ਜਿੱਥੇ ਖਲੋਤੀ ਸੀ ਉੱਥੇ ਖਲੋਤੀ। ਕਾਲੇ ਕਾਨੂੰਨ ਲਾਗੂ ਨੇ ਪੰਜਾਬ 'ਚ ਔਰ ਅੱਜ ਜਿਸ ਤਰੀਕੇ ਦਾ ਜੋ ਸੈਂਟਰ ਦਾ ਰਵੱਈਆ ਉਸ ਨੂੰ ਤਾਂ ਸਖਤ ਲਫ਼ਜ਼ਾਂ 'ਚ ਅਸੀਂ ਕੰਡੈਮ ਕਰਦੇ, ਚਾਹੇ ਉਹ ਇਹ ਰੇਲਾਂ ਰੋਕਣੀਆਂ ਕਿ ਪੰਜਾਬ ਦੇਸ਼ ਦਾ ਹਿੱਸਾ ਨਹੀਂ, ਕਿ ਪੰਜਾਬ ਦੀਆਂ ਕੁਰਬਾਨੀਆਂ ਅੱਜ ਦੇਸ਼ ਭੁੱਲ ਗਿਆ, ਕਿ ਪੰਜਾਬ ਨੇ ਜੋ ਦੇਸ਼ ਦੇ ਭੰਡਾਰ 'ਚ ਆਪਦੇ ਇੰਨੇ ਲੰਮੇ ਸਮੇਂ 'ਚੋਂ ਯੋਗਦਾਨ ਪਾਇਆ ਕਿ ਅੱਜ ਸੈਂਟਰ ਉਸ ਗੱਲ ਨੂੰ ਦਰਕਿਨਾਰੇ ਕਰ ਰਿਹਾ। ਸੋ ਇਹ ਜੋ ਰਵੱਈਆ ਅਪਣਾਇਆ ਜਾ ਰਿਹਾ, ਕਿਉਂਕਿ ਇਹਦੇ ਨਾਲ ਤਾਂ ਇਕੱਲਾ ਕਿਸਾਨ ਨਹੀਂ, ਸਾਰੀ ਪੰਜਾਬ ਦੀ ਇਕਨੋਮੀ ਤੈਸ਼ ਨੈਸ਼ ਹੁੰਦੀ। ਇਸ ਗੱਲ ਦਾ ਬੜਾ ਦੁੱਖ ਹੈ ਔਰ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ਤੇ ਚੁੱਪ ਬੈਠੇ। ਕੱਲ ਅੱਜ ਦੀ ਇੱਕ ਖਬਰ ਇੱਕ ਹੋਰ ਲੱਗੀ ਹੈ ਕਿ RTF ਵੀ ਰੋਕ ਲਿਆ 1000 ਕਰੋੜ ਰੁਪਏ ਔਰ ਕੈਪਟਨ ਅਮਰਿੰਦਰ ਸਿੰਘ ਦਾ ਇਹਦੇ ਤੇ ਬੋਲਣਾ ਨਹੀਂ। ਇਹ ਸਾਰੀ ਬੜੀ ਚਿੰਤਾ ਦਾ ਤੇ ਦੁੱਖ ਦੀ ਗੱਲ ਹੈ। ਜਦ ਕਿ ਤੁਸੀਂ ਵੇਖੋ ਕਿ ਅੱਜ ਕੇਰਲਾ ਡੇ ਮਨਾਇਆ ਜਾ ਰਿਹਾ, ਜਦੋਂ ਕੇਰਲਾ ਸੂਬਾ ਹੋਂਦ 'ਚ ਆਇਆ
ਕੇਰਲਾ ਨੇ MSP 17 ਫਸਲਾਂ 'ਚ 16 ਜਾਂ 17 ਫਸਲਾਂ ਤੇ ਐਲਾਨਤੀਆਂ ਨੇ। ਕੈਪਟਨ ਅਮਰਿੰਦਰ ਸਿੰਘ ਜੀ ਨੂੰ ਅਸੀਂ ਇਹੀ ਕਿਹਾ ਸੀ ਕਿ ਜੇ ਤੁਸੀਂ ਗਰੰਟੀ ਦਿਓ ਅੱਜ ਕਿ ਪੰਜਾਬ ਦਾ ਕਿਸਾਨ ਜਾਂ ਪੰਜਾਬ ਦਾ ਆੜ੍ਹਤੀਆ ਜਾਂ ਪੰਜਾਬ ਦੇ ਲੋਕ ਨਾ ਸਫਰ ਕਰਨ ਇਹ ਸੈਂਟਰ ਤੇ ਸੂਬੇ ਦੀ ਲੜਾਈ 'ਚ। ਔਰ ਮੈਂ ਅੱਜ ਵੀ ਬੇਨਤੀ ਕਰਦਾ ਕਿ ਆਪਾਂ ਵੀ ਪੰਜਾਬ ਦੇ ਬਣਾਉਣਾ, ਉਸ ਤੋਂ ਪਹਿਲਾਂ ਫੈਸਲਾ ਕਰ ਲਓ। ਜੇ ਰਾਹੁਲ ਗਾਂਧੀ ਠੀਕ ਹੈ ਇੱਥੇ ਆ ਕੇ ਉਹਨਾਂ ਨੇ ਉਹ ਟਰੈਕਟਰ ਜੇ ਚੜ੍ਹੇ ਉਹ ਸੂਬੇ ਵਾਲਿਆਂ ਤੇ, ਮਗਰ ਜਿਸ ਦਿਨ ਵੋਟ ਪਾਉਣੀ ਸੀ ਉਸ ਦਿਨ ਤਾਂ ਗੈਰ ਹਾਜ਼ਰ ਸਨ, ਉਸ ਦਿਨ ਤਾਂ ਗਵਾਚੇ ਸੀ। ਉਸ ਦਿਨ ਵਿਪ ਕਿਉਂ ਨਾ ਜਾਰੀ ਹੋਈ? ਕਾਂਗਰਸ ਦੀ ਗਿਣਤੀ ਸ਼ਾਇਦ ਤੁਹਾਨੂੰ ਪਤਾ ਨਹੀਂ, ਰਾਜ ਸਭਾ 'ਚ ਸਾਰੇ ਗਠਬੰਧਨ ਦੀ NDA ਨਾਲੋਂ ਵੱਧ ਹੈ, ਮਗਰ ਮਨਸ਼ਾ ਸਾਫ਼ ਨਹੀਂ ਸੀ, ਵਿਪ ਹੀ ਨਹੀਂ ਜਾਰੀ ਕੀਤੀ। 3 MP ਪੰਜਾਬ ਦੇ ਨੇ, 2 ਗੈਰ ਹਾਜ਼ਰ ਸੀ। 33% MP ਕਾਂਗਰਸ ਦੇ ਉਸ ਦਿਨ ਐਬਸੈਂਟ ਸੀ ਰਾਜ ਸਭਾ 'ਚ। ਜੇ ਵਿਪ ਜਾਰੀ ਹੁੰਦੀ ਤੇ ਰਾਜ ਸਭਾ 'ਚ ਇਹ ਕਾਨੂੰਨ ਪਾਸ ਹੀ ਨਹੀਂ ਹੋਣਾ ਸੀ, ਮਗਰ ਕਿਉਂਕਿ ਮੈਂ ਬਾਰ-ਬਾਰ ਗੱਲ ਕਰਦਾ ਫਿਕਸਡ ਮੈਚ, ਔਰ ਇਹ ਫਿਕਸਡ ਮੈਚ ਇਸ ਲਈ ਚੱਲਿਆ ਕਿਉਂਕਿ 2019 'ਚ ਕਾਂਗਰਸ ਨੇ ਆਪਣੇ ਮੈਨੀਫੈਸਟੋ 'ਚ APMC ਮੰਡੀ ਨੂੰ ਅਬੋਲਿਸ਼ ਕਰਨ ਦੀ ਗੱਲ ਕੀਤੀ ਹੋਈ, ਮੰਡੀਕਰਨ ਢਾਂਚਾ ਖਤਮ ਕਰਨ ਦੀ ਗੱਲ ਕੀਤੀ। ਉਹ ਅੱਜ ਵੀ ਪੰਜਾਬ 'ਚ ਲਾਗੂ। ਕਿਸਾਨ ਯੂਨੀਅਨਾਂ ਦੀ ਇਹ ਮੰਗ ਸੀ ਕਿ ਜੋ 2017 ਦੇ ਪੰਜਾਬ ਵਿਧਾਨ ਸਭਾ 'ਚ ਐਕਟ ਪਾਸ ਹੋਏ ਆ, ਪ੍ਰਾਈਵੇਟ ਘਰਾਣਿਆਂ ਨੂੰ ਮੰਡੀ ਖੋਲ੍ਹਣ ਦੇ ਅਧਿਕਾਰ, ਪਲੇਟਫਾਰਮ ਜਾਂ ਉਹਦੇ 'ਚ ਜੋ ਸੈਂਟਰ ਦੇ ਕਾਨੂੰਨ ਹੈ ਉਹੀ ਕੁਝ ਪੰਜਾਬ ਦੀ ਵਿਧਾਨ ਸਭਾ ਨੇ ਅਗਸਤ ਦੇ ਮਹੀਨੇ 'ਚ ਪਾਸ ਕੀਤਾ, ਉਹ ਵਾਪਸ ਹੋਣ। ਅਸੀਂ ਗੱਲ ਵਿਧਾਨ ਸਭਾ 'ਚ ਉਠਾਈ ਸੀ ਮਗਰ ਨਹੀਂ ਸੁਣੀ। ਇਸ ਲਈ ਮੈਂ ਜਿਹੜੀ ਗੱਲ ਕਰ ਰਿਹਾ ਕਿ ਅਸਲੀਅਤ ਤਾਂ ਇਹ ਹੈ ਕਿ ਜਿੱਥੇ ਖੜੇ ਸੀ ਉੱਥੇ ਹੀ ਖੜੇ। ਵਿਧਾਨ ਸਭਾ 'ਚ ਇਕੱਲਾ ਇੱਕ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਨੇ ਪਾਤੀ ਕਿਉਂਕਿ ਬਹੁਮਤ ਉਹਨਾਂ ਦਾ ਸੀ, ਜੋ ਬਿੱਲ ਲਿਆਉਣੇ ਆ, ਐਕਟ ਲਿਆਉਣੇ ਆ, ਉਹਨਾਂ ਨੇ ਲਿਆਉਣੇ ਆ। ਅਸੀਂ ਤਾਂ ਤਬਦੀਲੀ ਸੁਜੈਸਟ ਕਰ ਸਕਦੇ ਹਾਂ, ਮਗਰ ਉਸ ਤਬਦੀਲੀ ਨੂੰ ਮੰਨਣਾ ਨਾ ਮੰਨਣਾ ਉਹ ਵੀ ਮੈਜੋਰਟੀ ਦਾ ਫੈਸਲਾ ਹੁੰਦਾ। ਮੈਜੋਰਟੀ ਕਾਂਗਰਸ ਦੀ ਸੀ, ਉਹਨਾਂ ਨੇ ਨਹੀਂ ਮੰਨੀ, ਮਗਰ ਨੁਕਸਾਨ ਪੰਜਾਬ ਦਾ ਹੋਇਆ। ਸਰ ਇੱਕ ਸਵਾਲ ਹੋਰ ਹੈ ਜੀ। ਹਾਂਜੀ ਸਰ ਤੁਸੀਂ ਦੱਸਿਆ ਵੀ BJP ਨੇ ਇੱਥੇ ਕੋਈ ਉਸ ਟਾਈਮ ਤੁਸੀਂ ਸਾਥ ਦਿੱਤਾ ਜਦੋਂ BJP ਕੋਈ ਆਧਾਰ ਨਹੀਂ ਸੀਗਾ, ਤੇ ਉਸ ਤੋਂ ਤੁਹਾਨੂੰ ਨਹੀਂ ਲੱਗਦਾ ਵੀ ਇਹ ਜਿਵੇਂ BJP ਦੀ ਟੈਂਡੈਂਸੀ ਬਣ ਚੁੱਕੀ ਹੈ ਕਿ ਆਪਾਂ ਯੂਜ਼ ਐਂਡ ਥਰੋ ਵਾਲੀ ਗੱਲ ਹੋ ਜਾਵੇ ਵੀ ਤੁਹਾਨੂੰ ਆਪਣੀ ਪੌੜੀ ਤੇ ਚੜ੍ਹ ਕੇ ਉਹਨਾਂ ਨੇ ਆਪਣਾ ਇੱਥੇ ਪੰਜਾਬ 'ਚ ਥੋੜ੍ਹਾ ਬੜਾ ਆਧਾਰ ਬਣਾਇਆ ਤੇ ਤੁਹਾਨੂੰ ਇੱਕ ਪਾਸੇ ਕਰਤਾ। ਤੁਹਾਡੀ ਇੰਨੀ ਗੱਲ ਜੀ ਬਾਦਲ ਸਾਹਿਬ ਦੀ ਇੰਨੀ ਚੀਜ਼ ਕਰਦੇ ਨੇ, ਉਹ ਮੋਦੀ ਸਾਹਿਬ ਗੋਡੇ ਪੈਰੀ ਲਾ ਕੇ ਗਏ ਸੀ ਉੱਥੇ, ਤੇ ਉਹਨਾਂ ਨੇ ਇੰਨੀ ਵੀ ਗੱਲ ਨਹੀਂ ਮੰਨੀ ਕਿ ਆਪਣਾ ਸੈਂਡ ਕਰਤਾ ਵੀ ਪੰਜਾਬ ਵਾਸਤੇ ਬੇਨਤੀ ਕਰਾਂ ਸਾਈਡਲਾਈਨ ਤਾਂ ਪੰਜਾਬ ਨੂੰ ਕੀਤਾ, ਪੰਜਾਬ ਦੇ ਮੁੱਦੇ ਸੀ ਕਿ ਕਿਸੇ ਪਰਸਨਲ ਤੁਹਾਡੇ ਮੇਰੇ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਮੁੱਦੇ ਨਹੀਂ। ਪੰਜਾਬ ਇੱਕ ਐਗਰੀਕਲਚਰ ਇਕਾਨਮੀ ਆ ਕਿ ਖੇਤੀ ਪ੍ਰਧਾਨ ਸੂਬਾ, ਜੇ ਖੇਤੀ ਪ੍ਰਫੁੱਲਿਤ ਤੇ ਦੁਕਾਨਦਾਰ ਦੇ ਦੁਕਾਨ ਚੱਲੂ, ਮਜ਼ਦੂਰ ਨੂੰ ਮਜ਼ਦੂਰੀ ਮਿਲੂ, ਟਰੱਕ ਵਾਲੇ ਦਾ ਟਰੱਕ ਚੱਲੂ, ਸਾਰਾ ਕੁਝ ਇੰਟਰ ਰਿਲੇਟਿਡ। ਮਗਰ ਉਹਨਾਂ ਦੀ ਆਵਾਜ਼ ਨਹੀਂ ਸੁਣੀ, ਇਹ ਤਾਂ ਸਪਸ਼ਟ ਹੀ ਹੈ। ਔਰ ਜਦ ਕਿ ਜੋ ਭਾਸ਼ਾ ਅਪਣਾਈ ਜਾ ਰਹੀ ਹੈ ਉਹ ਬੜੀ ਦੁਖਦਾਈ ਹੈ। ਕਦੇ ਕਿਸਾਨਾਂ ਨੂੰ ਅੰਗਰੇਜ਼ੀ ਦਾ ਲਫ਼ਜ਼ ਵਰਤਿਆ ਉਹਨਾਂ ਦੇ ਇੱਕ ਵਜ਼ੀਰ ਨੇ, ਹੁਲੀਗਨਸ ਨੇ, ਮਤਲਬ ਕਿ ਬਦਮਾਸ਼ ਨੇ, ਗੁੰਡੇ ਨੇ। ਇੱਕ ਪਾਸੇ ਤੁਸੀਂ ਕਿਸਾਨ ਦਿੱਲੀ ਗਏ, ਉਹਨਾਂ ਨੂੰ ਮਿਲੋ ਨਾ, ਅਪਮਾਨਿਤ ਕਰੋ। ਅਪਮਾਨ ਉਹਨਾਂ ਦਾ ਥੋੜੀ, ਅਪਮਾਨ ਦਾ ਤੁਹਾਡਾ ਮੇਰਾ ਸਭ ਦਾ ਹੀ ਹੋਇਆ, ਪੰਜਾਬੀਆਂ ਦਾ ਹੋਇਆ। ਕੋਈ ਗੈਸਟ ਆਵੇ, ਅੱਜ ਮੈਂ ਇਹਨਾਂ ਕੋਲ ਆਇਆ, ਮੈਨੂੰ ਮਿਲਣ ਨਾ, ਜਾਂ ਤੁਸੀਂ ਕਿਤੇ ਜਾਓ ਮਿਲੋ ਨਾ, ਤੇ ਫਿਰ ਸੁਭਾਵਿਕ ਹੈ ਅਪਮਾਨਿਤ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਕੀਤਾ, ਪੰਜਾਬ ਦਾ ਅਪਮਾਨ ਹੋਇਆ ਦਿੱਲੀ। ਫਿਰ ਉਹਨਾਂ ਲਈ ਲਫ਼ਜ਼ ਵਰਤਨੇ ਸਖਤ, ਕਿਸੇ ਨੂੰ ਇਹ ਕਹਿਣਾ ਕਿ ਚੱਲ ਕੇ ਆਊਗਾ, ਸਟ੍ਰੈਚਰ ਤੇ ਜਾਊਗਾ, ਇਹ ਸਾਰੀ ਗੱਲਾਂ ਸ਼ੋਭਦੀਆਂ ਨਹੀਂ। ਅੱਜ ਵੀ ਮੈਂ ਇੱਕ ਵਜ਼ੀਰ ਸਾਹਿਬ, ਸਾਬਕਾ ਵਜ਼ੀਰ ਸਾਹਿਬ ਨੇ, ਬੜੇ ਸਤਿਕਾਰਯੋਗ ਨੇ, ਅੱਜ ਉਹ ਫਿਰ ਇੱਕ ਚੈਨਲ 'ਚ ਇੰਟਰਵਿਊ ਦੇ ਰਹੇ ਆ ਕਿ ਜਿਹੜੇ ਸੜਕਾਂ ਤੇ ਬੈਠੇ ਉਹ ਕਿਸਾਨ ਨਹੀਂ। ਉਹ ਦੱਸੋ ਕੌਣ ਬੈਠਿਆ? ਮਤਲਬ ਸਾਰਿਆਂ ਨੂੰ ਤੁਸੀਂ ਪਹਿਲਾਂ ਵਿਚੋਲੀਆ ਕਹਿ ਦਿਓ ਜਾਂ ਉਹਨਾਂ ਨੂੰ ਬੜਾ ਸਖਤ ਲਫ਼ਜ਼ ਉਹਨਾਂ ਦੇ ਪ੍ਰਧਾਨ ਸਾਹਿਬ ਨੇ ਫੇਰ ਵਰਤਦਾ। ਇਹ ਗੱਲਾਂ ਸ਼ੋਭਦੀਆਂ ਨਹੀਂ, ਤੁਸੀਂ ਮਤਲਬ ਦਰਦ ਨਹੀਂ ਸਮਝ ਰਹੇ। ਜਿਹਨੇ ਅਨਾਜ ਦੇ ਭੰਡਾਰ 'ਚ 60 ਸਾਲ ਯੋਗਦਾਨ ਪਾਇਆ, ਦੇਸ਼ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਹੈ, ਅੱਜ ਉਹ ਮਾੜਾ ਹੋ ਗਿਆ। ਇਹ ਸਾਰੀ ਚੀਜ਼ਾਂ 'ਚ ਤਬਦੀਲੀ ਦੀ ਲੋੜ ਹੈ। ਕਿਸਾਨਾਂ ਦਾ ਮੈਸੇਜ ਨਹੀਂ ਮਿਲ ਰਿਹਾ ਇੱਥੇ ਦੇ, ਮਤਲਬ ਜਿਹੜਾ ਵਿਰੋਧ ਕਰ ਰਹੇ ਨੇ ਕਿਸਾਨਾਂ ਦਾ, ਸੈਂਟਰ ਨੂੰ ਮੈਸੇਜ ਸਹੀ ਨਹੀਂ ਜਾ ਰਿਹਾ, ਜਾਂ ਇਹ ਗੁੰਮਰਾਹ ਕਰ ਰਹੇ ਨੇ। ਤੁਸੀਂ ਮੇਰੇ ਤੋਂ ਸਿਆਣੇ ਹੋ, ਤੁਹਾਨੂੰ ਵੀ ਲੱਗਦਾ ਸਰ ਰੌਲੇ ਤੋਂ ਬਾਅਦ ਜੇ ਮੈਸੇਜ ਨਹੀਂ ਪਹੁੰਚ ਰਿਹਾ ਜਾਂ ਸੁਣਨਾ ਨਹੀਂ ਚਾਹੁੰਦੇ, ਇਸ ਗੱਲ ਨੂੰ ਤਾਂ ਤੁਸੀਂ ਜਦੋਂ ਬੰਦੇ ਦਿੱਲੀ ਸੱਦੇ, 13 ਵਜ਼ੀਰ ਇੱਥੇ ਛੱਡੇ ਹੋਏ, ਜੇ 13 ਵਜ਼ੀਰ ਇੱਥੇ ਆ ਸਕਦੇ, 13 ਉਹਨਾਂ ਨੂੰ ਮਿਲ ਲੈਂਦੇ ਦਿੱਲੀ। ਮਸਲਾ 2 ਮਿੰਟ ਦੇ ਸਾਲ 'ਚ। ਸਰ ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਚੁਣੌਤੀ ਅੰਦਰ ਪੇਸ਼ ਨੇ, ਇਹੋ ਜਿਹੇ ਦੌਰ ਦੇ ਵਿੱਚ ਮਤਲਬ ਸਾਡੇ ਜਿਹੜਾ ਹਲਕਾ ਧੂਰੀ ਆ, ਇਹਦੇ ਵਿੱਚ
ਪੈਰਲਲ ਸਰਗਰਮੀ ਹੋ ਰਹੀ ਆ। ਇੱਕ ਪਾਸੇ ਬਰਨਾਲਾ ਪਰਿਵਾਰ ਵੀ ਸਰਗਰਮੀ ਕਰ ਰਿਹਾ, ਇੱਕ ਪਾਸੇ ਹਰੀ ਸਿੰਘ ਵੀ ਉਹਦੇ ਨਾਲ ਮਤਲਬ ਤੁਸੀਂ ਬਰਨਾਲਾ ਪਰਿਵਾਰ ਨੂੰ ਤੇ ਹਰੀ ਸਿੰਘ ਨੂੰ ਕਿੱਥੇ ਕਿੱਥੇ ਮਤਲਬ ਦੇਖਦੇ ਹੋ? ਨਹੀਂ ਇਕੱਲਾ ਤੁਸੀਂ ਹੈ ਕਿਹੜੇ ਚੈਨਲ ਤੋਂ ਪਹਿਲਾਂ ਤੇ ਇਹ ਦੱਸ ਦਿਓ। ਮੈਂ ਪੰਜਾਬੀ ਟ੍ਰਿਬਿਊਨ ਤੋਂ ਆਈ। ਤੇ ਇਕੱਲਾ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀਆਂ ਨੇ ਕਿ ਨਹੀਂ, ਬਾਕੀ ਸਭ ਸ਼੍ਰੋਮਣੀ ਅਕਾਲੀ ਦਲ ਆਪਾਂ ਹੁਣ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰ ਰਹੇ ਲਈ ਕੰਮ ਕਰ ਨਹੀਂ, ਰਹੇ ਸ਼੍ਰੋਮਣੀ ਅਕਾਲੀ ਸਾਰੇ ਦਲ- ਪੰਜਾਬ ਚੁਣੌਤੀ 'ਚ ਫਸਿਆ, ਤੁਸੀਂ ਇਕੱਲਾ ਸਾਡਾ ਨਹੀਂ, ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਜ਼ਿਆਦਾ ਚੁਣੌਤੀਆਂ ਉਹ ਵਿਚਾਰ ਰਿਹਾ ਜੀ। ਚਲੋ ਤੁਹਾਨੂੰ ਸਾਡਾ ਫਿਕਰ ਹੈ, ਮੈਂ ਤੁਹਾਡਾ ਸਨਮਾਨ ਕਰਦਾ। ਸਰ ਪੰਜਾਬ ਦੇ ਜਿਹੜੇ ਹਾਲਤ ਨੇ ਉਹ ਦਿਨ ਪਰ ਦਿਨ ਮਾੜੇ ਹੋ ਰਹੇ ਨੇ। ਇੱਕ ਮਿੰਟ ਮਾੜਾ ਗੱਲ ਉਹਨੂੰ ਲੈ ਕੇ ਤਾਂ ਪੁੱਛ ਲੈ। ਇੱਕ ਲਾਖ ਸਰ ਇਹਦੇ ਤੇ ਬੜਾ ਇਹ ਸੀਗਾ ਵੀ ਇਸ ਉਹਦੇ ਚ ਆਪਾਂ ਬਰਨਾਲਾ ਪਰਿਵਾਰ ਨੂੰ ਕਿੱਥੇ ਦੇਖਦੇ ਆ ਮਤਲਬ ਮੈਂ ਦੇਖੋ ਤੁਸੀਂ ਸਾਡੀ ਗੱਲ ਨੂੰ ਦੂਜੇ ਪਾਸੇ ਟਾਲ ਨਹੀਂ, ਮੈਂ ਤੁਹਾਡੀ ਗੱਲ ਦੇਖੋ, ਤੁਹਾਡੀ ਗੱਲ ਪੰਜਾਬੀ ਟ੍ਰਿਬਿਊਨ ਦੀ ਗੱਲ ਕੋਈ ਟਾਲ ਸਕਦਾ? ਤੁਸੀਂ ਸਤਿਕਾਰਯੋਗ ਹੋ, ਮਗਰ ਇਸ ਤਰ੍ਹਾਂ ਹੈ, ਮੈਂ ਪਹਿਲਾਂ ਮੇਰੇ ਕਹਿਣ ਤੋਂ ਬਗੈਰ ਹੀ ਤੁਹਾਨੂੰ ਵੀ ਇਸ ਗੱਲ ਦੀ ਸਮਝ ਹੈ ਕਿ ਬਰਨਾਲਾ ਪਰਿਵਾਰ ਦਾ ਆਪਦਾ ਇੱਕ ਅਹਿਮ ਸਥਾਨ। ਔਰ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਬੜਾ ਕਾਬਿਲ ਸਿਮਰਤ ਜੀ ਬੜੇ ਕਾਬਿਲ ਨੌਜਵਾਨ ਨੇ, ਵਕਾਲਤ ਕੀਤੀ ਹੈ, ਚੰਗੀ ਐਜੂਕੇਸ਼ਨ ਹੈ, ਲੋਕਾਂ ਦੀ ਸੇਵਾ ਕਰਨਗੇ ਤੇ ਮੈਂ ਸਮਝਦਾ ਬਹੁਤ ਵੱਡਾ ਫਾਇਦਾ ਇਲਾਕੇ ਨੂੰ ਪਹੁੰਚੂਗਾ। ਇਸ ਲਈ ਸਾਡੇ ਆਪਣੇ ਸਤਿਕਾਰਯੋਗ ਪਰਿਵਾਰ ਹੈ, ਪਾਰਟੀ ਨੇ ਕਦੋਂ ਕਿਵੇਂ ਐਡਜਸਟ ਕਰਨਾ ਇਹਦਾ ਫੈਸਲਾ ਤਾਂ ਪ੍ਰਧਾਨ ਸਾਹਿਬ ਦੱਸ ਸਕਦੇ ਆ ਜਾਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਕਰ ਸਕਦੀ। ਮਗਰ ਮੈਂ ਤੁਹਾਨੂੰ ਇੰਨਾ ਵਿਸ਼ਵਾਸ ਦਿਵਾ ਸਕਦਾ ਹੈ ਕਿ ਬਰਨਾਲਾ ਪਰਿਵਾਰ ਦੀ ਅਹਿਮੀਅਤ ਹੈ ਔਰ ਖਾਸ ਤੌਰ ਤੇ ਇਸ ਨੌਜਵਾਨ 'ਚ ਬਹੁਤ ਗੁਣ ਨੇ। ਗੁਰੂ ਕਿਰਪਾ ਕਰੇ ਤੁਹਾਡੇ ਸਾਰਿਆਂ ਦਾ ਪਿਆਰ ਮਿਲੇ, ਇਹ ਨੌਜਵਾਨ ਬਹੁਤ ਦੂਰ ਤੱਕ ਜਾਊਗਾ, ਬੜੀ ਤਰੱਕੀਆਂ ਕਰੂਗਾ, ਇੱਕ ਵੱਡਾ ਨਾਮ। ਸਰ ਪੰਜਾਬ ਦੇ ਜਿਹੜੇ ਹਾਲਤ ਨੇ ਦਿਨ ਪਰ ਦਿਨ ਉਹ ਮਾੜੇ ਹੋ ਰਹੇ ਨੇ, ਉਹ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਕਿਵੇਂ ਦੇਖਦੇ? ਦੇਖੋ ਅਸੀਂ ਬੜੇ ਚਿੰਤਿਤ ਹਾਂ ਜੀ ਇਸ ਗੱਲ ਤੇ ਕਿ ਜਿਹੜੀ ਹਾਰਡ ਅਰਨਡ ਪੀਸ ਸੀ ਪੰਜਾਬ 'ਚ, ਉਹ ਬਹੁਤ ਵੱਡਮੁੱਲੀਆਂ ਕੁਰਬਾਨੀਆਂ ਦੇ ਬਾਅਦ, ਬਹੁਤ ਮਿਹਨਤ ਤੋਂ ਬਾਅਦ ਇਹ ਪੀਸ ਪੰਜਾਬ 'ਚ ਮੁੜੀ ਸੀ। ਔਰ ਜਦ ਪੀਸ ਆਈ ਔਰ ਵਾਜਪਾਈ ਸਾਹਿਬ, ਬਾਦਲ ਸਾਹਿਬ ਉਸ ਪ੍ਰਤੀਕ ਸਨ ਉਸ ਪੀਸ ਦੇ, ਹਿੰਦੂ ਸਿੱਖ ਭਾਈਚਾਰਾ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਬਾਲ ਸਾਹਿਬ ਦੀ ਜੋ ਸੋਚ ਸੀ, ਬਾਲ ਸਾਹਿਬ ਨੂੰ ਜਦ ਵੀ ਕਿਸੇ ਪ੍ਰੈਸ ਵਾਲੇ, ਅੱਜ ਤਾਂ ਚਲੋ ਆਪਾਂ ਭੁੱਲ ਗਏ ਆ, ਮਗਰ ਜੇ ਪਹਿਲਾ ਸਵਾਲ ਉਹਨਾਂ ਨੂੰ ਕੋਈ ਕਰਦਾ ਸੀ ਕਿ ਬਾਲ ਸਾਹਿਬ ਤੁਹਾਡੀ ਸਭ ਤੋਂ ਵੱਡੀ ਅਚੀਵਮੈਂਟ ਕੀ ਹੈ, ਤੇ ਉਹ ਕਿਸੇ ਸੜਕ ਨੂੰ ਜਾਂ ਕਿਸੇ ਪ੍ਰੋਜੈਕਟ ਨੂੰ ਨਹੀਂ ਗਣਾਉਂਦੇ ਸੀ, ਕਹਿੰਦੇ ਭਾਈਚਾਰਕ ਸਾਂਝ। ਕਿਉਂਕਿ 90 ਸਾਲ ਦੀ ਉਮਰ 'ਚ ਉਹਨਾਂ ਨੇ ਜੋ ਕੁਝ ਪੰਜਾਬ ਦੇ ਹਾਲਾਤ ਵਿਗੜਦੇ ਵੇਖੇ, ਜੋ ਕੁਝ ਸਾਡੀਆਂ ਨੌਜਵਾਨਾਂ ਨੇ ਕੀਮਤੀ ਜਾਨਾਂ ਗਵਾਈਆਂ, ਜਿੰਨੇ ਘਰ ਉਜੜੇ, ਉਹਨਾਂ ਨੇ ਇੱਕ ਗੱਲ ਰਿਅਲਾਈਜ਼ ਕੀਤੀ ਕਿ ਇਹ ਸਾਰੀ ਚੀਜ਼ਾਂ ਦਾ ਜਿੰਨਾ ਪੰਜਾਬ ਨੇ ਨੁਕਸਾਨ ਕੀਤਾ ਸ਼ਾਇਦ ਕਿਸੇ ਹੋਰ ਚੀਜ਼ ਨੇ ਨਹੀਂ ਕੀਤਾ। ਇਸ ਲਈ ਜੋ ਆਪ ਦੀ ਸਭ ਤੋਂ ਵੱਡੀ ਅਚੀਵਮੈਂਟ ਸਮਝਦੇ ਸੀ, ਭਾਈਚਾਰਕ ਸਾਂਝ ਨੂੰ ਸਮਝਦੇ ਸੀ। ਅੱਜ ਵੀ ਸਰਕਾਰਾਂ ਨੂੰ ਅਪੀਲ ਕਰਦਾ ਹੈ ਕਿ ਪੰਜਾਬ ਦੇ ਦਰਦ ਨੂੰ ਸਮਝੋ। ਪੰਜਾਬ ਇਸ ਦੇਸ਼ ਦਾ ਇੱਕ ਬਹੁਤ ਹੀ ਇੰਪੋਰਟੈਂਟ ਹਿੱਸਾ ਹੈ, ਚਾਨਣ ਮੁਨਾਰਾ, ਔਰ ਇਸ ਦੇਸ਼ ਦੀ ਆਜ਼ਾਦੀ ਖਾਤਰ, ਦੇਸ਼ ਦੇ ਅਨਾਜ ਭੰਡਾਰ ਖਾਤਰ ਇਹ ਪੰਜਾਬੀਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ। ਦੋਵੇਂ ਸਰਕਾਰਾਂ ਫਿਕਸਡ ਮੈਚ ਨਾ ਖੇਡਣ, ਪੰਜਾਬੀਆਂ ਦੇ ਦਰਦ ਨੂੰ ਸਮਝਦੇ ਹੋਏ ਪੰਜਾਬੀਆਂ ਦੇ ਦਰਦ ਨੂੰ ਐਡਰੈਸ ਕਰਨ। ਉਹਨਾਂ ਨੂੰ ਜੋ ਮੁਸ਼ਕਲਾਤਾਂ ਆ ਰਹੀਆਂ ਨੇ ਉਹਨਾਂ ਨੂੰ ਗੱਲ ਨਾਲ ਅਪਣਾ ਕੇ, ਉਹਨਾਂ ਨੂੰ ਪਿਆਰ ਨਾਲ ਉਹਨਾਂ ਦੇ ਮਸਲੇ ਹੱਲ ਕਰੋ ਕਿ ਪੰਜਾਬ ਨੂੰ ਮਾਣ ਹੋਵੇ ਕਿ ਜੋ ਸਾਡੀਆਂ ਕੁਰਬਾਨੀਆਂ ਉਹਦਾ ਮੁੱਲ ਪੈ ਰਿਹਾ। ਹਰ ਪੰਜਾਬੀ ਨੂੰ ਇਸ ਗੱਲ ਦਾ ਮਾਣ। ਪੰਜਾਬ ਦਾ ਜਿਹੜਾ ਮੁੱਖ ਮੰਤਰੀ ਉਹ ਚੁੱਪ ਬੈਠਾ ਇਸ ਟਾਈਮ ਤੇ, ਜੇ ਅੰਨਦਾਤਾ ਹੈ ਉਹ ਸੜਕਾਂ ਤੇ ਰੋ ਰਿਹਾ ਹੈ। ਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਨਹੀਂ ਸੀ? ਮੁੱਖ ਮੰਤਰੀ ਸਾਹਿਬ ਤੋਂ ਆਸ ਨਾ ਰੱਖੋ। ਮੁੱਖ ਮੰਤਰੀ ਸਾਹਿਬ ਕਹਿੰਦੇ ਨਾ ਜੀ ਕਿ ਗਵਰਨਰੀ ਰਾਜ ਲੱਗ ਜੇ ਤਾਂ ਵੀ ਮੈਨੂੰ ਕੌਣ ਲਾ ਰਿਹਾ? ਗਵਰਨਰੀ ਰਾਜ ਤੋਂ ਤਾਂ ਕੰਮ ਪਹਿਲਾਂ ਹੀ ਭੈੜਾ ਹੋਇਆ। ਮੁੱਖ ਮੰਤਰੀ ਸਾਹਿਬ ਕਦੇ ਤੁਹਾਡੇ ਜ਼ਿਲ੍ਹੇ 'ਚ ਦਰਸ਼ਨ ਹੋਏ? ਤੁਹਾਨੂੰ ਕਿਸੇ ਨੂੰ ਕਦੇ? ਮੁੱਖ ਮੰਤਰੀ ਦਾ ਮਤਲਬ ਹੈ ਲੋਕਾਂ ਦਾ ਸੇਵਾਦਾਰ। ਇਹ ਰਾਜਾਸ਼ਾਹੀ ਜਾਂ ਤਾਨਾਸ਼ਾਹੀ ਨਹੀਂ ਹੈ। ਮਗਰ ਸੀਐਮ ਸਾਹਿਬ ਨੂੰ ਜਿੰਨਾ ਕੋਵਿਡ ਦਾ ਫਿਕਰ ਹੈ, ਮੈਨੂੰ ਲੱਗਦਾ ਤੁਹਾਨੂੰ ਮੈਨੂੰ ਨਹੀਂ ਕਿਸੇ। ਕਰੋਨਾ 'ਚ 4 ਕਾਰੀ ਵੀ ਨਹੀਂ ਨਿਕਲੇ, ਤੇ ਜਿਹੜਾ ਬੰਦਾ, ਜੇ ਲੋਕ ਸਭ ਤੋਂ ਵੱਧ ਡੈਥ ਰੇਟ ਅੱਜ ਕਰੋਨਾ 'ਚ ਪੰਜਾਬ ਦੀ ਹੈ। ਇੱਕ ਇਹ ਸਮਾਂ ਵੀ ਆਇਆ ਸੀ ਜਦੋਂ ਵਰਲਡ ਦੀ ਐਵਰੇਜ ਘੱਟ ਸੀ ਡੈਥ ਰੇਟ ਦੀ, ਤੇ ਪੰਜਾਬ ਦੀ ਵੱਧ ਸੀ, ਤੇ ਸੀਐਮ ਸਾਹਿਬ ਤਾਂ ਤਦ ਵੀ ਐਡੀ ਚਿੰਤਾ ਨਹੀਂ ਜਿੱਤੇ। ਇਸ ਲਈ ਸੀਐਮ ਸਾਹਿਬ ਤਾਂ ਚਲੋ ਕੀ ਕਰਦੇ ਨਹੀਂ ਕਰਦੇ, ਉਹ ਜੋ ਮਰਜ਼ੀ ਰਾਹੁਲ ਗਾਂਧੀ ਜਾਣੇ ਜਾਂ ਉਹ ਜਾਣਨ। ਆ ਸੋਫੇ ਵਾਲੇ ਟਰੈਕਟਰਾਂ ਤੇ ਤਾਂ ਬੜੀ ਸਵਾਰੀ ਕੀਤੀ, ਕੋਈ ਫਰਕ ਪਿਆ? ਜਦੋਂ ਵੋਟਾਂ ਪਾਉਣੀਆਂ ਸੀ ਉਸ ਆਪਣੇ ਭਾਈ ਸਾਹਿਬ ਦਾ ਇੱਧਰ ਬਾਹਰ ਚਲੇ ਗਏ ਸੀ।
ਜਦੋਂ ਕੰਮ ਕਰਨ ਵਾਲਾ ਸੀ ਉਦੋਂ ਤਾਂ ਚਿੰਤਾ ਮੁਕਾਈ ਨਹੀਂ। ਇਸ ਲਈ ਉਹ ਕੀ ਕਰਦੇ ਕੀ ਨਹੀਂ ਕਰਦੇ, ਤੁਸੀਂ ਮੇਰੇ ਤੋਂ ਸਿਆਣੇ, ਮੇਰੇ ਤੋਂ ਕਿਹੜੀ ਗੱਲ ਸੁਣਨਾ ਚਾਹੋਗੇ? ਸਰ ਕਿਸਾਨ ਅੰਦੋਲਨ ਨੂੰ ਮਤਲਬ ਹੁਣ ਇਸ ਟਾਈਮ ਕਾਫੀ ਤੁਸੀਂ ਕਹਿੰਦੇ ਵੀ ਉਹ ਆਪਣੇ ਅੜਿਆ ਹੋਏ ਨੇ ਤੇ ਇੱਧਰ ਕੋਈ ਪੋਲੀਟੀਕਲ ਪਾਰਟੀ ਹਰ ਬੰਦਾ ਆਪਣੀ ਗੱਲ ਕਰਦਾ ਵੀ ਤੁਸੀਂ ਕੀ ਸੁਜੈਸਟ ਕਰਨਾ, ਤੁਸੀਂ ਕਿਵੇਂ ਯੋਗਦਾਨ ਪਾਓਗੇ ਕਿਸਾਨਾਂ ਦੇ ਅੰਦੋਲਨ ਹੋਰ ਮੈਂ ਤਾਂ ਮੋਦੀ ਸਾਹਿਬ ਨੂੰ ਅੱਜ ਅਪੀਲ ਕਰਦਾ ਦੋਵੇਂ ਹੱਥ ਜੋੜ ਕੇ। ਨਰਿੰਦਰ ਮੋਦੀ ਜੀ ਜਦੋਂ ਮੁੱਖ ਮੰਤਰੀ ਸਨ ਗੁਜਰਾਤ ਦੇ, ਉਹਨਾਂ ਨੇ ਆਪ ਇੱਕ ਕਮੇਟੀ ਬਣੀ ਸੀ ਮੁੱਖ ਮੰਤਰੀਆਂ ਦੀ ਪਾਰਲੀਮੈਂਟ ਵੱਲੋਂ, ਔਰ ਉਦੋਂ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਤੇ ਦੋਸ਼ ਲਾਏ ਸਨ ਕਿ MSP ਜਿਹੜਾ ਹੈ ਇਹਨੂੰ ਸਟੈਚੂਟਰੀ ਰਾਈਟ ਬਣੇ, ਇੱਕ ਲੀਗਲ ਰਾਈਟ ਬਣੇ। ਅੱਜ ਮੋਦੀ ਸਾਹਿਬ ਤੁਸੀਂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠੇ, ਮੈਂ ਤਾਂ ਕਹਿੰਦਾ ਕਿਸੇ ਹੋਰ ਦੀ ਮੰਗ ਨਹੀਂ, ਜਿਹੜੀ ਤੁਹਾਡੀ 2013 ਦੀ ਮੰਗ ਸੀ ਕਿਸਾਨਾਂ ਦੀ ਵੀ ਉਹੀ ਮੰਗ ਹੈ, ਉਹਨੂੰ ਲਾਗੂ ਕਰ ਦੇ। ਔਰ ਪੰਜਾਬ ਸਰਕਾਰ ਨੂੰ ਮੇਰੀ ਇੱਕੋ ਬੇਨਤੀ ਹੈ ਕਿ ਜੇ ਕੇਰਲਾ ਅੱਜ ਆਪਣੇ ਕਿਸਾਨਾਂ ਦੀ ਬਾਹ ਫੜ ਸਕਦੀ ਹੈ, ਗਵਾਂਢੀ ਸੂਬਾ ਹਰਿਆਣਾ, ਕਿਉਂਕਿ ਇਹ ਮੈਂ ਵਿਧਾਨ ਸਭਾ 'ਚ ਵੀ ਗੱਲ ਕਹੀ ਸੀ, ਮੈਂ ਕਿਹਾ ਕੈਪਟਨ ਸਾਹਿਬ ਤੁਸੀਂ ਝੋਨੇ ਕਣਕ ਦੀ ਗੱਲ ਕਰਦੇ ਹੋ, ਆ ਮੱਕੀ ਕਿੰਨੇ ਤੇ ਰੋਲੀ ਹੈ? 1800 ਰੇਟ ਹੈ ਤੇ 800 ਨਹੀਂ ਮਿਲਿਆ ਕਈਆਂ ਨੂੰ। ਜਾਂ ਨਰਮਾ 5720 ਰੁਪਏ ਰੇਟ ਹੈ ਤੇ ਉਹ ਵਿਕਦੀ 3500 ਤੇ ਰਹੀ ਹੈ। ਬਾਹ ਫੜਨੀ ਪਊਗੀ। ਬਾਹ ਫੜੂ ਕੌਣ? ਸਰਕਾਰਾਂ। ਲੋਕ ਆਸ ਕਰਦੇ ਆ ਸਰਕਾਰਾਂ ਤੋਂ, ਤੇ ਸਰਕਾਰਾਂ ਦੋ ਹੀ ਚੱਲਦੀਆਂ ਨੇ, ਜਾਂ ਦਿੱਲੀ ਵਾਲੀ ਤੇ ਜਾਂ ਪੰਜਾਬ ਵਾਲੀ। ਪੰਜਾਬ ਵਾਲੇ ਮੁੱਖ ਮੰਤਰੀ ਸਾਹਿਬ ਤਾਂ ਆਪ ਆਪੋਜੀਸ਼ਨ ਦਾ ਲੀਡਰ ਦਾ ਰੋਲ ਅਪਲਾਈ ਕਰੀ ਜਾਂਦੇ। ਉਹ ਤਾਂ ਮਤਲਬ ਜਿਵੇਂ ਉਹ ਬੰਦਾ ਭੁੱਲ ਜਾਂਦਾ ਕਿ ਮੈਂ ਮੁੱਖ ਮੰਤਰੀ। ਜੇ ਤਾਂ ਸਵਾਦ ਲੈਣਾ ਹੋਵੇ ਜਾਂ ਕੋਈ ਫਾਇਦਾ ਲੈਣਾ ਹੋਵੇ ਤੇ ਕਹਿੰਦੇ ਮੈਂ ਮੁੱਖ ਮੰਤਰੀ ਹਾਂ, ਜਾਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਹੋਣ ਤੇ ਉਦੋਂ ਆਪੋਜੀਸ਼ਨ ਦਾ ਰੋਲ ਫੜ ਲੈਂਦੇ। ਇਸ ਲਈ ਲੋਕਾਂ ਨੂੰ ਮੂਰਖ ਨਾ ਬਣਾਓ, ਆਪਣੀ ਜ਼ਿੰਮੇਵਾਰੀ ਸੰਭੋ ਤੇ ਨਿਭਾਓ। ਥੈਂਕ ਯੂ।